ਕਿਤਾਬਾਂ ਦੀ ਰੂਨਮਾਈ ਦੇ ਵਿੱਚ ਪਹਿਲੀ ਕਿਤਾਬ ਹੈ ਜੀ। ਇਹਦਾ ਨਾਂ ਹੈ ਅਲਿਫ ਅੱਲਾ ਰੱਤਾ ਦਿਲ ਮੇਰਾ। ਜ਼ੁਬੈਰ ਅਹਿਮਦ ਸਾਹਿਬ ਦੀ ਲਿਖੀ ਹੋਈ ਹੈ ਕਿਤਾਬ ਹੈ। ਇਹਦੀ ਮੈਂ ਇੰਟਰੋਡਕਸ਼ਨ ਕਰਵਾਉਣੀ ਹੈ। ਇਸ ਕਿਤਾਬ ਦਾ ਨਾਂ ਜਿਹੜਾ ਹੈ ਉਹ ਬੁੱਲੇ ਸ਼ਾਹ ਦੀ ਕਾਫੀ ਹੈ, ਜਿਹਦੇ ਵਿੱਚੋਂ ਇਹਨਾਂ ਨੇ ਇਹ ਲਾਈਨ ਲਈ ਹੈ। ਕਾਫੀ ਬੁੱਲੇ ਸ਼ਾਹ ਦੀ ਹੈ। ਅਲਿਫ ਅੱਲਾ ਰੱਤਾ ਦਿਲ ਮੇਰਾ, ਮੈਨੂੰ ਬੇ ਦੀ ਖਬਰ ਨਾ ਕਾਈ। ਅਲਿਫ ਅੱਲਾ ਰੱਤਾ ਦਿਲ ਮੇਰਾ, ਮੈਨੂੰ ਬੇ ਦੀ ਖਬਰ ਨਾ ਕਾਈ। ਬੇ ਪੜਿਆ ਮੈਨੂੰ ਸਮਝ ਨਾ ਆਵੇ, ਲਜ਼ਤ ਅਲਿਫ ਦੀ ਆਈ। ਇਹ ਕਿਤਾਬ ਦੇ ਵਿੱਚ ਸ਼ੁਰੂ ਦੇ ਵਿੱਚ ਹੀ ਜ਼ੁਬੈਰ ਸਾਹਿਬ ਨੇ ਲਿਖਿਆ ਹੈ ਕਿ ਇਹਨਾਂ ਨੇ ਇਹਦੇ ਵਿੱਚ ਜਿਤਨਾ ਕੁਛ ਲਿਖਿਆ ਹੈ ਉਹ ਸੰਗਤ ਨਜਮ ਹੁਸੈਨ ਸਾਹਿਬ, ਨਜਮ ਹੁਸੈਨ ਸੈਯਦ ਦੀ ਸੰਗਤ ਦੇ ਵਿੱਚ ਇਹਨਾਂ ਨੇ ਜੋ ਕੁਛ ਪੜ੍ਹਿਆ ਇਹ ਇਹਨਾਂ ਨੇ ਇਸ ਕਿਤਾਬ ਦੇ ਉਹਦਾ ਨੋਟ ਲਿਖਿਆ ਹੋਇਆ ਕਿ ਇਹ ਉਹਦੀ ਇਹਨਾਂ ਨੇ ਲਿਖੀ ਹੈ ਇੰਟਰਪ੍ਰੀਟੇਸ਼ਨ। ਕਿਤਾਬ ਦੇ ਅੰਦਰ ਜੀ 4 ਲੋਕਾਂ ਦਾ ਕਲਾਮ ਹੈ। ਭਗਤ ਕਬੀਰ ਦਾ, ਬੁੱਲੇ ਸ਼ਾਹ ਦਾ, ਮਾਧੋ ਲਾਲ ਹੁਸੈਨ ਔਰ ਨਜਮ ਹੁਸੈਨ ਸੈਯਦ ਦਾ। ਭਗਤ ਕਬੀਰ ਦੇ ਅੰਦਰ 4 ਦੋੜੇ ਨੇ, ਬੁੱਲੇ ਸ਼ਾਹ ਦੀਆਂ 12 ਕਾਫੀਆਂ ਨੇ, ਮਾਧੋ ਲਾਲ ਹੁਸੈਨ ਦੀ 1 ਕਾਫੀ ਹੈ ਤੇ ਬਾਕੀ ਨਜਮ ਹੁਸੈਨ ਸੈਯਦ ਦਾ ਕਲਾਮ ਹੈ। ਇਸ ਕਿਤਾਬ ਦੀ ਖਾਸੀਅਤ ਹੈ ਕਿ ਹਰ ਕਾਫੀ, ਹਰ ਸ਼ਲੋਕ ਨੂੰ ਪੂਰੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ ਔਰ ਜਿਹੜੀ ਸੰਗਤ ਦੀ ਪੜ੍ਹਤ ਹੈ ਉਹਦਾ ਤਰੀਕਾ ਇਹ ਦੱਸਿਆ ਹੋਇਆ ਸੀ ਸੈਯਦ ਸਾਹਿਬ ਨੇ ਕਿ ਜਿਹੜਾ ਸ਼ਾਇਰ ਨੂੰ ਪੜ੍ਹਿਆ ਜਾਏ, ਜੇ ਬੁੱਲੇ ਸ਼ਾਹ ਨੂੰ ਪੜ੍ਹ ਰਹੇ ਜਾਂ ਭਗਤ ਕਬੀਰ ਨੂੰ ਪੜ੍ਹ ਰਹੇ, ਉਸ ਵੇਲੇ ਦੇ ਅੰਦਰ ਰੱਖ ਕੇ ਪਹਿਲਾਂ ਉਸ ਵੇਲੇ ਦੀ ਪਛਾਣ ਕੀਤੀ ਜਾਏ ਕਿ ਉਹ ਵੇਲਾ ਕੀ ਸੀ, ਉਦੋਂ ਹਾਲਾਤ ਕੀ ਸਨ, ਕਿਸ ਚੀਜ਼ ਦੇ ਬਾਰੇ ਉਹ ਲਿਖ ਰਹੇ ਸਨ। ਜਦੋਂ ਤੱਕ ਉਹਦੀ ਤਾਰੀਖ ਨੂੰ ਨਾ ਸਮਝਿਆ ਜਾਏ ਉਦੋਂ ਤੱਕ ਜਿਹੜਾ ਹੈ ਉਹ ਅਸੀਂ ਕਲਾਮ ਨੂੰ ਸਹੀ ਤਰੀਕੇ ਨਾਲ ਸਮਝ ਨਹੀਂ ਸਕਦੇ। ਸੋ ਭਗਤ ਕਬੀਰ ਦਾ ਜਿਹੜਾ ਵੇਲਾ ਹੈ ਉਹਦਾ ਜ਼ਿਆਦਾ ਪੱਕਾ ਲੋਕਾਂ ਨੂੰ ਨਹੀਂ ਪਤਾ, ਪਰ ਉਹ ਕਿਤੇ 14ਵੀਂ 15ਵੀਂ ਸਦੀ ਬਣਦੀ ਹੈ। ਉਸ ਵੇਲੇ ਦੀ ਜਿਹੜੀ ਭਗਤੀ ਲਹਿਰ ਸੀ ਉਹਦਾ ਸਾਰਾ ਪਿਛੋਕੜ ਇਹਨਾਂ ਨੇ ਇਹਦੇ ਅੰਦਰ ਲਿਖੀ ਹੋਈ ਹੈ, ਪੂਰੀ ਤਾਰੀਖ ਭਗਤੀ ਲਹਿਰ ਦੀ। ਜਿਹੜੀ ਖਾਸ ਗੱਲ ਸੀ ਭਗਤ ਕਬੀਰ ਦੀ ਉਹ ਐਸੀ ਕਿ ਉਹ ਜ਼ਾਤ ਪਾਤ ਨੂੰ ਬਿਲਕੁਲ ਨਹੀਂ ਸਨ ਮੰਨਦੇ। ਉਹ ਨਾ ਹਿੰਦੂਆਂ ਦੀਆਂ ਬਣਾਈਆਂ ਹੋਈਆਂ ਜਿਹੜੀਆਂ ਜ਼ਾਤਾਂ ਦੀ ਵੰਡ ਸੀ ਉਹਨੂੰ ਮੰਨਦੇ ਸੀ ਤੇ ਨਾ ਉਹ ਮੁਸਲਮਾਨ ਔਰ ਹਿੰਦੂ ਮਜ਼ਹਬ ਦੀਆਂ ਵੰਡਾਂ ਨੂੰ ਮੰਨਦੇ ਸਨ। ਉਹ ਕਹਿੰਦੇ ਸਨ ਕਿ ਇਨਸਾਨੀਅਤ ਹੀ ਸਭ ਤੋਂ ਵੱਡਾ ਮਜ਼ਹਬ ਹੈ ਔਰ ਹਰ ਮਜ਼ਹਬ ਜਿਹੜਾ ਉਹ ਬੰਦੇ ਦੇ ਅੰਦਰ ਅੱਛਾਈ ਪੈਦਾ ਕਰਨ ਵਾਸਤੇ ਹੈ। ਸੋ ਉਹ ਮਜ਼ਹਬ ਦੀਆਂ ਵੰਡਾਂ ਤੋਂ ਬਾਹਰ ਔਰ ਭਗਤੀ ਲਹਿਰ ਜਿਹੜੀ ਹੈ ਸਾਰੀ ਉਹ ਇਹਦੇ ਵਿੱਚ 4 ਦੋੜੇ ਨੇ। ਜਿਹੜਾ ਇਹਨਾਂ ਨੇ ਜ਼ਿਆਦਾ ਡਿਟੇਲ ਦੇ ਵਿੱਚ ਕੰਮ ਕੀਤਾ ਹੋਇਆ ਹੈ ਕਿ ਹਰ ਲਫ਼ਜ਼, ਕਿਉਂਕਿ ਭਗਤ ਕਬੀਰ ਦੀ ਬੜੀ ਮੁਸ਼ਕਿਲ ਜ਼ਬਾਨ ਹੈ, ਉਹ ਆਮ ਤੌਰ ਤੇ ਸਮਝ ਨਹੀਂ ਆਉਂਦੀ। ਹਰ ਲਫ਼ਜ਼ ਦਾ ਮਤਲਬ ਦਿੱਤਾ ਹੋਇਆ, ਫਿਰ ਉਸ ਦੋੜੇ ਦਾ ਮਤਲਬ ਦਿੱਤਾ ਹੋਇਆ, ਫਿਰ ਉਹਦੇ ਉੱਤੇ ਇਨ ਡਿਟੇਲ ਪੂਰੀ ਇੱਕ ਪੜ੍ਹਤ ਕੀਤੀ ਗਈ ਹੈ। ਉਹਦੀ ਪੂਰੀ ਫਿਲਾਸਫੀ ਨੂੰ ਸਮਝਿਆ ਗਿਆ ਹੈ, ਉਹਦੇ ਪੂਰੇ ਹਾਲਾਤ ਨੂੰ ਸਮਝਿਆ ਗਿਆ, ਉਹਦੇ ਮੈਸੇਜ ਨੂੰ ਸਮਝਿਆ ਗਿਆ। ਬੁੱਲੇ ਸ਼ਾਹ ਦੀਆਂ ਇਹਦੇ ਅੰਦਰ 12 ਕਾਫੀਆਂ ਨੇ ਔਰ ਬੁੱਲੇ ਸ਼ਾਹ ਨੇ ਦਾ ਜਿਹੜਾ ਵੇਲਾ ਹੈ ਉਹ ਕਿਉਂਕਿ 18ਵੀਂ ਸਦੀ ਹੈ ਔਰ ਬੁੱਲੇ ਸ਼ਾਹ ਨੇ 18ਵੀਂ ਸਦੀ ਦੇ ਵਿੱਚ ਜੋ ਕੁਝ ਹੋ ਰਿਹਾ ਸੀ ਉਸ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਉਹ ਐਸੀ ਕਿ ਜਿਹੜਾ ਮਲ ਵਿਹਾਰ ਹੈ ਜਿਹਦੇ ਵਿੱਚ ਜ਼ੁਲਮ ਹੁੰਦਾ ਹੈ ਗਰੀਬ ਤੇ, ਗਰੀਬ ਦੀ ਕਰਨੀ ਦੇ ਉੱਤੇ ਅਮੀਰ ਪੈਸੇ ਕਮਾਉਂਦੇ ਨੇ, ਇਸ ਪੂਰੇ ਸਿਸਟਮ ਨੂੰ ਉਲਟਾਉਣ ਦੀ ਗੱਲ ਕੀਤੀ ਹੈ ਬੁੱਲੇ ਸ਼ਾਹ ਨੇ। ਉਸ ਪੂਰੇ ਜਿਹੜਾ ਇਹ ਮਲ ਵਿਹਾਰ ਦਾ ਪੂਰਾ ਇੱਕ ਸਿਸਟਮ ਹੈ ਉਸ ਨੂੰ ਉਲਟਾਉਣ ਦੀ ਗੱਲ ਕੀਤੀ ਹੈ। ਨਵਿਆਂ ਹੋਵਣ ਦੀ ਗੱਲ ਕੀਤੀ ਹੈ ਕਿ ਨਵੇਂ ਹੋ, ਨਵਾਂ ਤਰੀਕਾ ਇਸਤੇਮਾਲ ਕਰੋ, ਇਹ ਪੂਰਾ ਸਿਸਟਮ ਉਲਟਾਓ। ਫਿਰ ਰਲ ਇਕੱਠਿਆਂ ਹੋਵਣ ਦੀ ਗੱਲ ਕੀਤੀ ਹੈ ਬੁੱਲੇ ਸ਼ਾਹ ਨੇ। ਸਭ ਤੋਂ ਵੱਧ ਜਿਹੜਾ ਸਮਝਿਆ ਨਹੀਂ ਜਾਂਦਾ, ਆਮ ਤੌਰ ਤੇ ਕਿਹਾ ਜਾਂਦਾ ਕਿ ਜੀ ਸੂਫੀ ਸ਼ਾਇਰ ਜਿਹੜੇ ਨੇ ਉਹ ਅਮਨ ਦੀ ਗੱਲ ਕਰਦੇ ਨੇ, ਉਹ ਭਾਈਚਾਰੇ ਦੀ ਗੱਲ ਕਰਦੇ ਨੇ, ਉਹ ਮੁਹੱਬਤ ਦੀ ਗੱਲ ਕਰਦੇ ਨੇ। ਉਹ ਤੇ ਕਰਦੇ ਨੇ, ਪਰ ਸਭ ਤੋਂ ਵੱਡੀ ਗੱਲ ਜਿਹੜੀ ਜਿੰਨੇ ਵੀ ਸੂਫੀ ਬਾਬੇ ਨੇ ਨਾ ਉਹ ਕਰਦੇ ਨੇ ਬਰਾਬਰੀ ਦੀ, ਇਕੁਆਲਿਟੀ ਦੀ,
ਇਨਸਾਨ ਦੇ ਬਰਾਬਰ ਹੋਣ ਦੀ ਔਰ ਉਹਦੇ ਹੱਕਾਂ ਦੀ। ਤੇ ਇਹ ਗੱਲ ਜਿਹੜੀ ਹੈ ਨਾ, ਇਹਦੇ 'ਚੋਂ ਇਹਨਾਂ ਨੇ ਬਹੁਤ ਸਾਰੀਆਂ ਕਾਫੀਆਂ ਨੇ ਜਿਹਦੇ ਵਿੱਚ ਇੱਕੋ ਅਲਿਫ ਤੇਰੇ ਦਰਕਾਰ, ਇਲਮੋਂ ਬਸ ਕਰੀ ਉਹ ਯਾਰ, ਤੇ ਜਾਂ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਉਹ ਵੀ 12 ਕਾਫੀਆਂ ਦੀ ਬਹੁਤ ਡਿਟੇਲਡ ਇਹਨਾਂ ਨੇ ਪੂਰੀ ਉਹਦੀ ਉਹ ਪੜ੍ਹਤ ਜਿਵੇਂ ਕੀਤੀ ਗਈ ਸੰਗਤ ਦੇ ਵਿੱਚ ਉਹ ਕੀਤੀ ਹੈ। ਮਾਧੋ ਲਾਲ ਹੁਸੈਨ ਦਾ ਦੀ ਇੱਕੋ ਹੀ ਇਹਦੇ ਅੰਦਰ ਹੈ ਕਾਫੀ। ਕਾਫੀ ਦੀ ਸਿਨਫ ਸ਼ੁਰੂ ਹੀ ਮਾਧੋ ਲਾਲ ਹੁਸੈਨ ਨੇ ਕੀਤੀ ਸੀ। ਮਾਧੋ ਲਾਲ ਹੁਸੈਨ ਦਾ ਵਕਤ ਹੈ 16ਵੀਂ ਸਦੀ, ਅਕਬਰ ਦਾ ਜ਼ਮਾਨਾ, ਲਾਹੌਰ ਦੇ ਵਿੱਚ ਮਾਧੋ ਲਾਲ ਪੈਦਾ ਹੁੰਦੇ ਨੇ। ਤੇ ਉਹ ਜਿਹੜੀ ਕਾਫੀ ਇਹਨਾਂ ਨੇ ਚੁਣੀ ਹੈ ਉਹ ਹੈ वो गुमानिया दम गनीमत जान, क्या ले आए हो क्या ले जासें फानी कुल जहान, चार दिहाड़े गोयल बासा ना कर इतना मान, कहे हुसैन फकीर न माना आखिर खाक समान। इस दे उत्ते बहुत लंबी पूरी गल की गई है। ये किताब जिन्होंने सूफी शायरी नू पढ़ना होए या भगत कबीर और बुल्ले शाह दी इसनू असल समझना होए, वो जरूर है इस किताब दे विच पढ़न। और अखीर दे विच इन्होंने नजम हुसैन सैयद दियाँ बहुत सारिया नज़मां और उन्हां दियां सारियां किताबां दा डिटेल दे विच सारा दिता होया है और उन्हां दे दी इंटरप्रटेशन भी सारी की हुई है। सो मेरा ख्याल है कि यह बड़ी अच्छी किताब है जिन्हां ने इन डेप्थ स्टडी करनी होए सूफी शायरी ਨੂੰ। ਤੇ ਮੈਂ ਹੁਣ ਜ਼ੁਬੈਰ ਸਾਹਿਬ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਇਹ ਕਿਉਂ ਇਹਨੂੰ ਕਿਤਾਬੀ ਸੂਰਤ ਦੇ ਵਿੱਚ, ਉੱਥੇ ਤੇ ਜੋ ਪੜ੍ਹਦੇ ਰਹੇ ਸੰਗਤ ਦੇ ਵਿੱਚ ਉਹ ਹੁੰਦਾ ਰਿਹਾ, ਪਰ ਤੁਸੀਂ ਇਹਨੂੰ ਕਿਤਾਬੀ ਸੂਰਤ ਵਿੱਚ ਲਿਆਉਣ ਦਾ ਕਿਉਂ ਸੋਚਿਆ, ਕਦੋਂ ਸੋਚਿਆ ਔਰ ਕੀ ਫਿਰ ਇਹਦੇ ਤੇ ਕੰਮ ਕੀਤਾ? ਹੋਰ ਕੁਝ ਕਿਤਾਬ ਦੇ ਬਾਰੇ ਦੱਸਣਾ ਚਾਹੋ। ਬਹੁਤ ਸ਼ੁਕਰੀਆ ਸਰਵਤ ਮਹੀਉਦੀਨ ਜੀ, ਬੜਾ ਅੱਛਾ ਤੁਸੀਂ ਸਾਰੀ ਉਹਦੀ ਜਾਣਕਾਰੀ ਕਰਾਈ ਹੈ। ਇਹ ਲੇਖ ਮੈਂ ਪਿਛਲੇ ਕੋਈ 20-25 ਸਾਲ ਤੋਂ ਲਿਖ ਰਿਹਾ ਸਾਂ, ਅਤੇ ਜਦੋਂ ਹੁਣ ਇਹ ਰਿਟਾਇਰਮੈਂਟ ਹੋਈ ਤਾਂ ਫਿਰ ਸਾਰੇ ਮੈਂ ਇਕੱਠੇ ਕਰਕੇ ਉਹਨਾਂ ਨੂੰ ਰਿਵਾਈਜ਼ ਕਰਕੇ ਅਪਡੇਟ ਕਰਕੇ ਬਣਾਇਆ ਹੈ। ਇਹਦੇ ਵਿੱਚ ਮੈਂ ਕਿਉਂਕਿ ਅੰਗਰੇਜ਼ੀ ਦਾ ਸਾਰੀ ਉਮਰ ਮੈਂ ਅੰਗਰੇਜ਼ੀ ਪੜ੍ਹਾਈ ਹੈ, ਅਤੇ ਉਹ ਜਿਹੜੀ ਮੰਜੀ ਪੀੜ੍ਹੀ ਮੈਂ ਠੋਕਣੀ ਸਿੱਖੀ ਸੀ ਉਹ ਤਾਂ ਮੈਂ ਅੰਗਰੇਜ਼ੀ ਵਿੱਚ ਸਿੱਖੀ ਸੀ, ਲੇਕਿਨ ਜਿਹੜੀ ਮੈਂ ਮੰਜੀ ਬਣਾਈ ਉਹ ਪੰਜਾਬੀ ਦੀ ਮੈਂ ਬਣਾਈ। ਅਤੇ ਉਹ ਸਾਰੀਆਂ ਜਿਹੜੀਆਂ ਸੀ, ਮੈਂ ਤੁਹਾਨੂੰ ਛੋਟੀ ਜਿਹੀ ਉਹਦੀ ਇੱਕ ਮਿਸਾਲ ਦੇ ਦਿੰਦਾ। ਇਸ ਕਿਤਾਬ ਦਾ ਨਾਂ ਹੈ ਅਲਫ ਅੱਲਾ ਦਿਲ ਰੱਤਾ ਮੇਰਾ। ਮੈਂ ਇਹਨੂੰ ਹਵਾ 'ਚ ਲਿਖਾਂਗਾ, ਫਿਰ ਥੋੜ੍ਹਾ ਜਿਹਾ ਇਹਨੂੰ ਮੈਂ ਐਕਸਪਲੇਨ ਕਰਾਂਗਾ। ਇੰਝ ਹੈਗਾ, ਅਲਫ ਅੱਲਾ ਦਿਲ ਰੱਤਾ ਮੇਰਾ। ਅਲਫ ਜਿਹੜਾ ਹੈ, ਅਲਫ ਦੇ ਨਾਲ ਹੀ ਸ਼ੁਰੂ ਹੋ ਰਿਹਾ। ਅਲਫ ਅੱਲਾ, ਫਿਰ ਅਲਫ ਆ ਗਿਆ। ਦਿਲ ਇਹਦੇ ਵਿੱਚ ਅਲਫ ਨਹੀਂ ਹੈਗਾ। ਰੱਤਾ ਤੇ ਅਲਫ ਤਾ, ਫਿਰ ਅਲਫ ਆ ਗਿਆ। ਮੀਮ ਜੇ ਰੇ ਅਲਫ ਰਾ, ਐਂਡ 'ਚ ਫਿਰ ਅਲਫ ਹੈ। ਤੇ ਇਹ ਸਾਰਾ ਜਿਹੜਾ ਹੈ ਨਾ, ਇੱਕ ਇੰਜ ਅਲਫ ਤੋਂ ਗੱਲ ਸ਼ੁਰੂ ਹੁੰਦੀ ਹੈ ਅਤੇ ਅਲਫ 'ਤੇ ਜਾ ਕੇ ਉਹ ਮੁੱਕਦੀ ਹੈ। ਸਿਰਫ ਇੱਕ ਮੈਂ ਪਿਆਰਾ ਪੜ੍ਹ ਦਿਆਂਗਾ ਕਿਉਂਕਿ ਇੰਨਾ ਵਕਤ ਨਹੀਂ ਹੈਗਾ ਕਿ ਅਸੀਂ ਸਾਰੀਆਂ ਚੀਜ਼ਾਂ ਪੜ੍ਹ ਸਕੀਏ। ਅਤੇ ਇਹ ਮੈਂ ਪੜ੍ਹ ਦੇਣਾ। ਅਲਫ ਹਰਫਾਂ ਦੀ ਪੱਟੀ ਦਾ ਪਹਿਲਾ ਹਰਫ ਹੈ। ਅਸਲ, ਪੌਂਦ, ਸ਼ੁਰੂ, ਤਤ, ਮੁੱਢਲਾ ਮੋਲ। ਅਲਫ ਅੱਲਾ ਰੱਤਾ ਦਿਲ ਮੇਰਾ ਵਿੱਚ ਅਲਫ ਦੀ ਦੁਹਰਾਈ ਹੈ ਸਾਰੇ ਅੱਖਰਾਂ ਵਿੱਚ ਸਵਾਏ ਦਿਲ ਦੇ, ਜਿਸ ਵਿੱਚ ਅਲਫ ਸਮਾਇਆ ਹੋਇਆ ਹੈ, ਰੰਗਿਆ ਹੋਇਆ ਹੈ। ਇੰਝ ਸਾਰੀ ਕਾਫੀ ਦੇ ਹਰ ਸ਼ੇਰ ਵਿੱਚ ਅਲਫ ਦੀ ਗੱਲ ਹੈ। ਲਜ਼ਤ ਅਲਫ ਦੀ ਆਈ, ਗੱਲ ਅਲਫ ਸਮਝਾਈ, ਕੌਲ ਅਲਫ ਦੇ ਪੂਰੇ। ਅਲਫ ਕੁਲ ਸਾਂਝ ਹੈ, ਵਾਦਤ ਹੈ, ਇਕਾਈ ਹੈ। ਅਲਫ ਨਿਰਾ ਆਵਾਜ਼ ਵਿੱਚ ਤੇ ਲਿਖਤ ਵਿੱਚ ਹੀ ਨਹੀਂ, ਬਗੈਰ ਅਲਫ ਦੇ ਕੋਈ ਅੱਖਰ ਨਹੀਂ ਬੋਲਿਆ ਜਾ ਸਕਦਾ। ਅਲਫ ਬੇਮਾਲੂਮ ਹੈ, ਦਿਸਦਾ ਨਹੀਂ ਪਿਆ। ਜੀਵਨ ਦੇ ਅੰਦਰ ਨਿਰਾ ਤੱਤ ਹੈ ਜਿਹੜਾ ਨਜ਼ਰ ਨਹੀਂ ਆਉਂਦਾ। ਕੁਲ ਜੀਆ ਜੂਨ ਦੀ ਸਾਂਝ ਵਿੱਚੋਂ ਜੋ ਹੈ ਅੰਦਰੋਂ ਅੰਦਰ ਦਰਿਆ ਦੇ ਵਹਿਣ ਵਾਂਗਰ ਹਵਾ ਹਾਰ। ਕਿਤੇ ਇਹ ਮਾੜੇ ਦੀ ਮਿਹਨਤ ਤਾਂ ਨਹੀਂ ਜੋ ਨਜ਼ਰ ਨਹੀਂ ਆਉਂਦੀ, ਪਰ ਜੋ ਆਪਣੇ ਆਪ ਨੂੰ ਜ਼ਾਹਰ ਕਰਦੀ ਹੈ ਹਰ ਸ਼ੈ ਰਾਹੀਂ, ਜੋ ਮੇਜ਼, ਮਕਾਨ, ਕਾਰ ਅਤੇ ਹਰ ਸ਼ੈ ਵਿੱਚ ਮੌਜੂਦ ਹੈ।
ਇਹ ਐਨ ਗੈਨ ਬਣ ਕੇ ਮਿਲਦੇ ਪਏ ਨੇ। ਕਿਤੇ ਬੰਦੇ ਦੀ ਮਿਹਨਤ ਤਾਂ ਨਹੀਂ ਜੋ ਹਰ ਸ਼ੈ ਵਿੱਚ ਮੌਜੂਦ ਹੈ। ਇਸ ਕਿਤਾਬ ਦੇ ਵਿੱਚ ਮੈਂ ਭਗਤ ਕਬੀਰ ਦੇ ਉੱਤੇ ਕਾਫੀ ਲਿਖਿਆ ਹੈ। ਇੱਕ ਬਹੁਤ ਵੱਡਾ ਨਾਂ ਹੈ ਤਾਰੀਖ ਦਾ ਇਰਫਾਨ ਹਬੀਬ, ਉਹਨਾਂ ਦਾ ਇੱਕ ਆਰਟੀਕਲ ਹੈ ਭਗਤ ਕਬੀਰ ਬਾਰੇ, ਉਹ ਵੀ ਮੈਂ ਟਰਾਂਸਲੇਟ ਕੀਤਾ। ਮੈਂ ਜਿਹੜੀ ਗੱਲ ਬੁਨਿਆਦੀ ਤੌਰ 'ਤੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕਹਿ ਦਿੰਦੇ ਹਾਂ ਸੂਫੀਆਨਾ ਸ਼ਾਇਰੀ, ਅਤੇ ਸਾਰਿਆਂ ਦੇ ਇੱਕ ਚਾਦਰ ਜੀ ਪਾ ਕੇ ਤਾਂ ਉਹਨਾਂ ਨੂੰ ਮਾਰ ਦਿੰਦੇ ਹਾਂ। ਮੈਂ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਰੇ ਸ਼ਾਇਰ ਜਿਹੜੇ ਸੀ ਜਿਉਂਦੇ ਜਾਗਦੇ ਸਨ, ਆਪਣੇ ਵੇਲੇ ਨਾਲ ਕਨਫਰੰਟ ਕਰਦੇ ਸਨ, ਔਰ ਉਸ ਜ਼ਮਾਨੇ ਦੇ ਜਿਹੜੇ ਵੀ ਆਈਡੀਓਲੋਜੀ ਸੀ ਉਹਦੇ ਕਨਫਲਿਕਟ ਦੇ ਵਿੱਚ ਸਨ, ਔਰ ਉਹਦੇ ਨਾਲ ਰਹਿ ਕੇ ਜੀਉ ਕੇ ਇਹਨਾਂ ਨੇ ਲਿਖਿਆ ਹੈ। ਭਗਤ ਕਬੀਰ ਜਿਹੜਾ ਹੈ ਉਹ ਭਗਤੀ ਲਹਿਰ ਦਾ ਹੈ। ਭਗਤੀ ਲਹਿਰ ਜਿਹੜੀ ਹੈ ਉਹ ਬਾਬਾ ਫਰੀਦ ਦੇ ਵੇਲੇ ਚੱਲ ਰਹੀ ਸੀ। ਜਦ ਬਾਬਾ ਫਰੀਦ ਜਿਹੜਾ ਸਾਡਾ ਪਹਿਲਾ ਪੰਜਾਬੀ ਸ਼ਾਇਰ ਹੈ ਉਹ ਐਵੇਂ ਨਹੀਂ ਜੰਮ ਪਿਆ, ਉਹਦੀ ਸ਼ਾਇਰੀ ਦੇ ਬੜੀ ਤਗੜੀ ਉਹਦੀ ਪੋਇਟਰੀ ਹੈ, ਬੜੀ ਉਹਦੀਆਂ ਲਾਈਨਾਂ ਬੜੀਆਂ ਪੱਕੀਆਂ ਨੇ। ਉਸ ਤੋਂ ਲੱਗਦਾ ਨਹੀਂ ਕਿ ਇਹ ਪਹਿਲਾ ਸ਼ਾਇਰ ਸੀ। ਉਸ ਤੋਂ ਪਹਿਲੇ ਜਿਹੜੀ ਸ਼ਾਇਰੀ ਸੀ ਸ਼ਾਇਦ ਉਹ ਗਵਾਚ ਗਬੂਚ ਗਈ, ਲੇਕਿਨ ਇੱਕ ਡਿਬੇਟ ਚੱਲ ਰਹੀ ਸੀ ਸੂਫੀਆਂ ਦੀ ਔਰ ਇੱਥੋਂ ਦੇ ਜੋਗੀਆਂ ਦੀ, ਇੱਥੋਂ ਦੇ ਭਗਤਾਂ ਦੀ। ਉਹਦੇ ਵਿੱਚੋਂ ਉਹਦੀ ਸ਼ਾਇਰੀ ਜਿਹੜੀ ਹੈ ਉਹ ਨਿਕਲੀ ਹੈ। ਫਿਰ ਜਿਹੜਾ ਸਾਡਾ ਸ਼ਾਹ ਹੁਸੈਨ ਹੈ ਉਹਦੇ ਵਿੱਚ ਵੀ ਹਲਕਾ ਹਲਕਾ ਜਿਹੜਾ ਰੰਗ ਹੈ ਮੀਰਾ ਬਾਈ ਦਾ ਨਜ਼ਰ ਆਉਂਦਾ, ਬਕਾਇਦਾ ਲੈਂਗੁਏਜ ਤੱਕ ਉਹ ਲੈ ਜਾਂਦਾ। ਉਹ ਇੱਕ ਉਹਦੀ ਲਾਈਨ ਹੈਗੀ ਆ ਭਗਤ ਦੀ ਸ਼ਾਹ ਹੁਸੈਨ ਦੀ, ਲੋਕਾਂ ਸੁਣਿਆ ਦੇਸਾਂ ਸੁਣਿਆ ਹੀਰ ਬਿਰਾਗਨ ਹੋਈ, ਇੱਕ ਸੁਨੇਂਦਾ ਲੱਖ ਸੁਨੇ ਮੇਰਾ ਕਾ ਕਰੇਗਾ ਕੋਈ। ਇਹ ਨਹੀਂ ਕਿਹਾ ਕਿ ਮੇਰਾ ਕੀ ਕਰੇਗਾ ਕੋਈ, ਮੇਰਾ ਕਾ ਕਰੇਗਾ ਕੋਈ, ਜਿਹੜਾ ਮੀਰਾ ਬਾਈ ਦੀ ਲੈਂਗੁਏਜ ਹੈਗੀ ਹੈ। ਤੇ ਮੈਂ ਸਾਰਿਆਂ ਨੂੰ ਜਿਹੜਾ ਹੈ ਭਗਤੀ ਲਹਿਰ ਨੂੰ, ਸੂਫੀਆਂ ਨੂੰ, ਸਾਰਿਆਂ ਨੂੰ ਇਕੱਠਾ ਕਰ ਦਿੱਤਾ ਹੈ। ਇੱਕ ਦੋ ਸ਼ੇਰ ਮੈਂ ਪੜ੍ਹ ਕੇ, ਇੱਕ ਸ਼ੇਰ ਪੜ੍ਹ ਕੇ, ਜਿਹੜੀ ਸਾਡੀ ਪੁਰਾਣਾ ਕਲਚਰ ਸੀ ਜਿਹਦੇ ਵਿੱਚ ਸਾਂਝ ਸੀ, ਔਰ ਅਸੀਂ ਇਸ ਤਰ੍ਹਾਂ ਆਇਡੈਂਟੀਫਾਈ ਨਹੀਂ ਕਰਦੇ ਸੀ ਕਿ ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਸਿੱਖ ਹੈ। ਬ੍ਰਿੰਦਾ ਬਨ ਕੇ ਕ੍ਰਿਸ਼ਨ ਕਨਈਆ ਅੱਲਾਹੂ, ਬ੍ਰਿੰਦਾ ਬਨ ਕੇ ਕ੍ਰਿਸ਼ਨ ਕਨਈਆ ਅੱਲਾਹੂ, ਬੰਸੀ ਰਾਧਾ ਗੀਤਾ ਗਈਆ ਅੱਲਾਹੂ। ਥੈਂਕ ਯੂ। ਇਸ ਕਿਤਾਬ ਦੀ ਹੁਣ ਬਕਾਇਦਾ ਰੂਨਮਾਈ ਲਈ ਤੁਸੀਂ ਇਹ ਖੋਲ ਦਿਓ ਇਹਦਾ ਰਿਬਨ। ਹਾਂਜੀ।